we had read till here ਕਿ ਜਦੋਂ ਇਹ ਰਾਈਟਰ ਨੇ ਐਗਜ਼ਾਮਪਲਸ ਦਿੱਤੀਆਂ ਨੇ ਆਪਾਂ ਨੂੰ ਸਿਨੋਨਿਮਸ ਹੁੰਦੇ ਆ ਤੇ ਆਪਾਂ ਇੱਕ ਰਜਿਸਟਰ ਰੱਖਣਾ ਚਾਹੀਦਾ ਹੈ ਜਿਹਦੇ ਉੱਤੇ ਵਰਡਸ ਔਰ ਮੀਨਿੰਗਸ ਆਪਾਂ ਨੋਟ ਡਾਊਨ ਕਰਦੇ ਰਹੀਏ। ਨੈਕਸਟ ਪੈਰਾ ਦੇ ਵਿੱਚ ਦੇਖੋ ਕਿ ਕੀ ਕਹਿ ਰਿਹਾ ਰਾਈਟਰ। Always remember that regular and frequent practice is essential if you are to learn to write well. You learn to write by writing. It is no good waiting until you have an inspiration before you write. Even with the most famous writers, inspiration is rare. Writing is 99% hard work and 1% inspiration. So the sooner you get into the habit of disciplining yourself to write, the better. Simple thing which the writer has said. ਇਸ ਪੈਰਾ ਦੇ ਵਿੱਚ ਜੇ ਆਪਾਂ ਨੂੰ ਇਹ ਆਉਂਦਾ ਹੈ ਤੇ ਰੈਫਰੈਂਸ ਟੂ ਦੀ ਕੰਟੈਕਸਟ ਵਿਦ ਐਕਸਪਲੇਨੇਸ਼ਨ ਦੇ ਲਈ ਅਗਰ ਆਪਾਂ ਨੂੰ ਇਹ ਪੈਰਾ ਆਉਂਦਾ ਤੇ ਆਪਾਂ ਕੀ ਲਿਖ ਸਕਦੇ ਹਾਂ ਕਿ ਚੈਪਟਰ ਦੇ ਰਾਈਟਰ ਨੇ ਇਸ ਚੀਜ਼ ਦੇ ਉੱਤੇ ਐਮਫਸਾਈਜ਼ ਕੀਤਾ ਹੈ ਕਿ ਕੋਈ ਵੀ ਚੀਜ਼ ਬਿਨਾਂ ਪ੍ਰੈਕਟਿਸ ਦੇ ਅਟੇਨ ਨਹੀਂ ਕੀਤੀ ਜਾ ਸਕਦੀ। ਅਗਰ ਅਸੀਂ ਕਿਸੇ ਵੀ ਚੀਜ਼ ਦੇ ਵਿੱਚ ਮਹਾਰਤ ਹਾਸਿਲ ਕਰਨੀ ਹੈ, ਇਫ ਵੀ ਵਾਂਟ ਟੂ ਬੀ ਐਨ ਐਕਸਪਰਟ ਇਨ ਸਮਥਿੰਗ then we need to practice. Same is the case with writing here. तो writing अगर ਅਸੀਂ writing skills ਹੋਣ ਕਰਨੀਆਂ ਨੇ, enhance ਕਰਨੀ ਹੈ, ਆਪਣੀ vocabulary rich ਕਰਨੀ ਹੈ, ਜ਼ਿਆਦਾ ਤੋਂ ਜ਼ਿਆਦਾ ਰੀਡਿੰਗ ਬਟ ਨਾਲ ਦੇ ਨਾਲ ਹੀ ਲਿਖਣ ਦੀ ਪ੍ਰੈਕਟਿਸ ਬਹੁਤ ਜ਼ਰੂਰੀ ਹੈ। ਰਾਈਟਿੰਗ ਦੇ ਲਈ ਰਾਈਟਿੰਗ ਬਹੁਤ ਜ਼ਰੂਰੀ ਹੈ। ਹੁਣ ਇਹਦੇ ਵਿੱਚ ਉਹਨੇ ਇੱਕ ਗੱਲ ਹੋਰ ਕੀਤੀ ਹੈ ਕਿ ਤੁਸੀਂ ਇੰਸਪੀਰੇਸ਼ਨ ਦੀ ਵੀ ਗੱਲ ਨਾਲ ਧਿਆਨ 'ਚ ਰੱਖੋ, ਜਿਹਦੇ 'ਚ ਕਿ 99% ਹਾਰਡ ਵਰਕ ਹੈ। ਰਾਈਟਿੰਗ ਜਦੋਂ ਹੁੰਦੀ ਹੈ, ਆਪਾਂ ਜਦੋਂ ਲਿਖਦੇ ਹਾਂ ਉਹਦੇ 'ਚ 99% ਬੰਦੇ ਦਾ ਹਾਰਡ ਵਰਕ ਹੈ ਅਤੇ 1% ਇੰਸਪੀਰੇਸ਼ਨ ਹੈ। ਕਿ ਆਪਾਂ ਕਹੀਏ ਕਿ ਮੈਂ ਫਲਾਣੀ ਬੁੱਕ ਪੜ੍ਹੀ ਜਾਂ ਮੈਂ ਫਲਾਣੇ ਬੰਦੇ ਨੂੰ ਲਿਖਦੇ ਹੋਏ ਦੇਖਿਆ ਅਤੇ ਮੈਂ ਇੰਸਪਾਇਰ ਹੋਇਆ ਅਤੇ ਮੈਨੂੰ ਲੱਗਿਆ ਕਿ ਹਾਂ ਆਈ ਸ਼ੁੱਡ ਆਲਸੋ ਸਟਾਰਟ ਰਾਈਟਿੰਗ। ਇਟ ਮੀਨਸ ਦੈਟ you get 1% of the encouragement, but rest of the hard work, which is of 99%, that you have to do, nobody else can. Okay, next para is, if you keep your eyes and ears open, you will find plenty of things to write about around you. Often a little piece of conversation heard in the street can start you thinking along interesting new lines. Imagine that you are a stranger who is not familiar with the things that you see around you and start from there. Very easy and very simple again. ਉਹ ਕੀ ਕਹਿੰਦਾ ਕਿ ਆਲਵੇਜ਼ ਆਪਣੀਆਂ ਆਈਜ਼ ਤੇ ਈਅਰਸ ਓਪਨ ਰੱਖੋ। ਜਦੋਂ ਵੀ ਆਪਾਂ ਰੋਡ 'ਤੇ ਜਾਂਦੇ ਹਾਂ, ਆਪਾਂ ਕਿਸੇ ਗਲੀ 'ਚੋਂ ਲੰਘ ਰਹੇ ਹਾਂ ਜਾਂ ਕਿਤੇ ਵੀ ਜਗ੍ਹਾ 'ਤੇ ਜਾ ਰਹੇ ਹਾਂ ਜੋ ਕਿ ਆਪਾਂ ਹਮੇਸ਼ਾ ਹੀ ਟਰੈਵਲ ਕਰਦੇ ਹਾਂ, ਅਤੇ ਬੇਸਿਕ ਚੀਜ਼ ਕੀ ਹੋਗੀ ਇਸ ਪੈਰਾ ਦੇ ਵਿੱਚ, whenever we travel, whenever we meet someone new ਜਾਂ ਫਿਰ ਕਿਸੇ ਨਵੀਂ ਜਗ੍ਹਾ 'ਤੇ ਜਾ ਰਹੇ ਹਾਂ, ਉਦੋਂ ਆਪਾਂ ਇਹ ਧਿਆਨ ਰੱਖਣਾ ਹੈ ਕਿ ਸਰਾਊਂਡਿੰਗਸ ਦੇ ਵਿੱਚ ਕੀ ਹੋ ਰਿਹਾ ਹੈ। ਸਰਾਊਂਡਿੰਗਸ ਦੇ ਵਿੱਚੋਂ ਵੀ ਸਾਨੂੰ ਨਿਊ ਵਰਡਸ ਮਿਲਦੇ ਹੈ, ਇੰਟਰਸਟਿੰਗ ਆਈਡੀਆਜ਼ ਮਿਲ ਸਕਦੇ ਹੈ, ਜਿਨ੍ਹਾਂ ਦੇ ਥਰੂ ਅਸੀਂ ਰਾਈਟਿੰਗ ਸਟਾਰਟ ਕਰ ਸਕਦੇ ਹਾਂ। Next he says, read the newspapers carefully. Every day there are examples of human joy and human tragedy in it, which can give you ideas for articles, essays or short stories. ਇਹ ਤਾਂ ਬਹੁਤ ਅੱਛੀ ਗੱਲ ਹੈ ਕਿ ਅਗਰ ਅਸੀਂ ਨਿਊਜ਼ਪੇਪਰ ਰੈਗੂਲਰਲੀ ਰੀਡ ਕਰਨ ਲੱਗ ਜਾਈਏ ਅਤੇ ਨਿਊਜ਼ਪੇਪਰ ਪੜ੍ਹਦੇ ਵੀ ਸਾਨੂੰ ਇਹ ਸਮਝ ਆ ਸਕਦਾ ਹੈ ਕਿ ਹਿਊਮਨ ਜੋਇਸ ਅਤੇ ਹਿਊਮਨ ਟ੍ਰੈਜਡੀਜ਼ ਦੇ ਨਾਲ ਰਿਲੇਟਡ ਕਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ। ਲੋਕ ਕੀ ਚੀਜ਼ ਦੇਖ ਕੇ ਪੜ੍ਹ ਕੇ ਖੁਸ਼ ਹੋ ਰਿਹਾ ਹੈ, ਕਿਹਨਾਂ ਚੀਜ਼ਾਂ ਨੂੰ ਦੇਖ ਕੇ ਉਦਾਸ ਹੋ ਰਿਹਾ ਹੈ, ਲੋਕਾਂ ਦੀ ਲਾਈਫ 'ਚ ਕੀ ਚੱਲ ਰਿਹਾ ਹੈ। ਬਿਕੋਜ਼ ਰਾਈਟਿੰਗ ਜੋ ਹੁੰਦੀ ਹੈ ਨਾ, ਦੈਟ ਇਜ਼ more associated with the people. It has to have a human touch. ਉਹ ਆਪਾਂ ਅੱਗੇ ਵੀ ਰੀਡ ਕਰਾਂਗੇ ਜਦੋਂ ਇੱਥੇ ਇਸ ਚੈਪਟਰ ਦੇ ਰਾਈਟਰ ਨੇ ਗੱਲ ਕਰਨੀ ਹੈ ਕਿ ਇੱਕ ਹਿਊਮਨ ਟੱਚ ਹੋਣਾ ਬਹੁਤ ਜ਼ਰੂਰੀ ਹੈ, ਇੱਕ ਵਾਰਮਥ ਹੋਣੀ ਜ਼ਰੂਰੀ ਹੈ। ਔਰ ਉਹ ਵਾਰਮਥ ਕਦੋਂ ਆਏਗੀ, ਜਦੋਂ ਸਾਨੂੰ ਖੁਦ ਨੂੰ ਇਹ ਅਹਿਸਾਸ ਹੋਵੇ, ਅਸੀਂ ਇਹ ਰੀਡਿੰਗ ਕੀਤੀ ਹੋਵੇ ਕਿ ਲੋਕਾਂ ਦੇ ਲਾਈਫ ਦੇ ਵਿੱਚ ਕੀ ਚੱਲ ਰਿਹਾ ਹੈ। Next he says, keep a notebook in which to put down things that you notice or ideas that come to you when you are out walking, when you are reading a book or a magazine, or at any other time. Some people get ideas in the bath or when they wake up during the night. Unless they write these ideas down at once, they often forget them. Yes, it happens. And I guess it happens with most of the people. Whenever
we go to bathroom maybe ਕਈ ਵਾਰੀ ਕਈਆਂ ਦੀ ਆਦਤ ਹੁੰਦੀ ਹੈ ਕਿ ਵਾਸ਼ਰੂਮ ਦੇ ਵਿੱਚ ਮੋਬਾਈਲ ਨਾਲ ਲੈ ਕੇ ਜਾਂਦੇ ਹੈ। ਹੁਣ ਉਸ ਟਾਈਮ ਦੇ ਉੱਤੇ ਜੇ ਅਸੀਂ ਕੁਝ ਪੜ੍ਹ ਰਹੇ ਹਾਂ, ਅਗਰ ਰੀਡਿੰਗ ਚੱਲ ਰਹੀ ਹੈ, ਤੇ ਡੈਫੀਨੇਟਲੀ ਸਾਡਾ ਮਾਈਂਡ ਇਜ਼ ਆਲਸੋ ਐਟ ਵਰਕ, ਔਰ ਮਾਈਂਡ ਵੀ ਇੱਕ ਆਈਡੀਆਜ਼ ਜਨਰੇਟ ਕਰ ਰਿਹਾ ਹੈ। ਹੁਣ ਇਹ ਡਿਪੈਂਡ ਕਰਦਾ ਹੈ ਕਿ ਅਗਰ ਅਸੀਂ ਕੋਈ ਮੈਗਜ਼ੀਨ ਰੀਡ ਕਰ ਰਹੇ ਹਾਂ, ਬੁੱਕ ਰੀਡ ਕਰ ਰਹੇ ਹਾਂ, ਜਾਂ ਫਿਰ ਕਿਤੇ ਵਾਕ ਕਰ ਰਹੇ ਹਾਂ, ਤਾਂ ਜੋ ਆਈਡੀਆ ਸਾਡੇ ਮਾਈਂਡ 'ਚ ਆਇਆ ਉਹ ਤੁਰੰਤ ਲਿਖਣਾ ਪਏਗਾ। ਅਗਰ ਨਹੀਂ ਲਿਖਾਂਗੇ ਤੇ ਉਹ ਆਈਡੀਆ ਉੱਤੋਂ ਇੱਕਦਮ ਵੈਨਿਸ਼ ਹੋ ਜਾਏਗਾ, ਗਾਇਬ ਹੋ ਜਾਏਗਾ ਸਾਡੇ ਮਾਈਂਡ ਦੇ ਵਿੱਚੋਂ। ਇਟ ਹੈਪਨਸ ਵਿਦ ਸਮ ਪੀਪਲ। ਸੋ ਇਸ ਪੈਰਾ ਦੇ ਵਿੱਚ ਮੇਨ ਚੀਜ਼ ਕੀ ਹੈ, whenever some kind of ideas come to our mind, we must note it down somewhere। ਚਾਹੇ ਤੁਹਾਡੇ ਕੋਲ ਮੋਬਾਈਲ ਹੈ ਤਾਂ ਤੁਸੀਂ ਮੋਬਾਈਲ ਦੇ ਵਿੱਚ ਹੀ ਲਿਖ ਲਓ, ਅਗਰ ਨਹੀਂ ਹੈ ਮੋਬਾਈਲ ਤੇ ਕਾਪੀ ਤੇ ਲਿਖ ਲਓ। ਬਟ ਬੈਟਰ ਇਹ ਹੈ ਕਿ ਜਿਵੇਂ ਸਾਰਿਆਂ ਦੇ ਕੋਲ ਅੱਜ ਕੱਲ੍ਹ ਮੋਬਾਈਲਸ ਹੁੰਦੇ ਹੀ ਨੇ, ਤੇ ਐਂਡ ਇਫ ਯੂ are a writer or if you are writing something, you have started with a story, short story, novel, poetry, anything, then you must jot down those lines, those ideas, those words। ਆਪਣੇ ਫੋਨ ਦੇ ਵਿੱਚ ਨੋਟਸ ਵਾਲੇ ਕੁਛ ਕਰਕੇ ਹੁੰਦਾ, ਉਸ ਐਪ ਦੇ ਵਿੱਚ ਤੁਸੀਂ ਲਿਖ ਸਕਦੇ ਹੋ, ਬਹੁਤ ਚੀਜ਼ਾਂ ਹੁੰਦੀਆਂ, ਤਾਂ ਇਮੀਡੀਏਟਲੀ ਉਹ ਲਿਖਣਾ ਚਾਹੀਦਾ ਆਪਾਂ ਨੂੰ। Try to develop a warm human understanding of people, their problems, their joys and their sorrows, so that you are genuinely interested in everyone you meet and every incident you see. You will then find material for your work as a writer where before you could perhaps see nothing of interest। ਕਿੰਨੀ ਅੱਛੀ ਗੱਲ ਕਹੀ ਹੈ ਰਾਈਟਰ ਨੇ। ਉਹ ਕਹਿੰਦਾ ਹੈ ਕਿ ਇੱਕ ਨਾ ਹਿਊਮਨ ਟੱਚ ਡਿਵੈਲਪ ਹੋਣਾ ਚਾਹੀਦਾ ਹੈ, ਇੱਕ ਵਾਰਮਥ ਹੋਣੀ ਚਾਹੀਦੀ ਹੈ ਹਰ ਬੰਦੇ ਦੇ ਲਈ। ਜਦੋਂ ਆਪਾਂ ਕਿਸੇ ਆਪਣੇ ਹੀ ਨਾਲ ਦਿਆਂ ਦੇ ਲੋਕਾਂ ਦੇ ਉਹਨਾਂ ਦੀਆਂ ਪ੍ਰੋਬਲਮਸ, ਜੋਇਜ਼, ਸੋਰੋਜ਼, ਉਹਨਾਂ ਨੂੰ ਜਦੋਂ ਫੀਲ ਕਰਾਂਗੇ, ਉਹਨਾਂ ਨੂੰ ਅੰਡਰਸਟੈਂਡ ਕਰਾਂਗੇ, ਉਦੋਂ ਅਸੀਂ ਇੱਕ ਬੈਟਰ ਪੀਸ ਆਫ ਵਰਕ ਸਾਹਮਣੇ ਲੈ ਕੇ ਆ ਸਕਦੇ ਹਾਂ। ਅਦਰਵਾਈਜ਼ ਜੇ ਆਪਾਂ ਰਾਈਟਰ ਬਣ ਵੀ ਜਾਈਏ ਤੇ ਉਹ ਕਹਿੰਦਾ ਕਿ ਆਪਾਂ ਉਹੋ ਜਿਹੀਆਂ ਚੀਜ਼ਾਂ ਲਿਖਾਂਗੇ ਜੋ ਸਾਨੂੰ ਹੀ ਇੰਟਰਸਟ ਨਹੀਂ ਹੈ, ਤੇ ਜੇ ਸਾਨੂੰ ਹੀ ਇੰਟਰਸਟ ਨਹੀਂ ਹੈ ਜੋ ਅਸੀਂ ਲਿਖ ਰਹੇ ਹਾਂ, ਤੇ ਹਾਊ ਵੁੱਡ ਪੀਪਲ ਇੰਜੋਏ ਆਰ ਰਾਈਟਿੰਗ when the writer himself or herself has not enjoyed writing that particular piece of work? How the reader will enjoy it, right? So there has to be a human touch. To be a successful writer, you must write interestingly, but different kinds of people have different interests, and it is most unlikely that you will be able to appeal to all of them. You therefore have to know exactly what type of reader you are writing for and exactly what kinds of things interest such a reader। Very interesting। ਇੰਟਰਸਟ ਦੀ ਹੀ ਹੁਣ ਗੱਲ ਕੀਤੀ ਹੈ। ਹੁਣ ਦੇਖੋ ਹਰ ਕਿਸੇ ਦਾ ਇੰਟਰਸਟ ਅਲੱਗ-ਅਲੱਗ ਹੁੰਦਾ ਹੈ, ਰਾਈਟ? ਜ਼ਰੂਰੀ ਨਹੀਂ ਹੈ ਕਿ ਅਗਰ ਕਿਸੇ ਇੱਕ ਬੱਚੇ ਨੂੰ ਜਾਂ ਕਿਸੇ ਇੱਕ ਰੀਡਰ ਨੂੰ ਵਿਮਨ ਮੈਗਜ਼ੀਨ ਪਸੰਦ ਹੈ ਤੇ ਦੂਸਰੇ ਨੂੰ ਵੀ ਵਿਮਨ ਮੈਗਜ਼ੀਨ ਪਸੰਦ ਹੋਵੇ। ਕਿਸੇ ਨੂੰ ਹੋ ਸਕਦਾ ਹੈ ਕਿਸੇ ਨੂੰ ਨੋਵਲਸ ਪੜ੍ਹਨੇ ਪਸੰਦ ਹੋਣ, ਹੋ ਸਕਦਾ ਹੈ ਕਿਸੇ ਨੂੰ ਇੰਟਰਸਟ ਹੋਵੇ ਕਿ ਨਹੀਂ ਕਾਰਸ ਵਾਲੀਆਂ ਜਿਹੜੀਆਂ ਮੈਗਜ਼ੀਨਸ ਹੁੰਦੀਆਂ ਨੇ ਉਹ ਪੜ੍ਹਨੀ ਹੈ, ਕਿਸੇ ਨੂੰ ਸਪੋਰਟਸ ਮੈਗਜ਼ੀਨਸ, ਕਿਸੇ ਨੂੰ ਹੈਲਥ ਮੈਗਜ਼ੀਨਸ। ਸੋ ਅਲੱਗ-ਅਲੱਗ ਇੰਟਰਸਟਸ ਹੋ ਸਕਦੇ ਆ। ਹੁਣ ਜਿੰਨੇ ਜ਼ਿਆਦਾ ਅਲੱਗ ਇੰਟਰਸਟਸ ਹੋਣਗੇ ਉਨੀ ਹੀ ਜ਼ਿਆਦਾ ਅਲੱਗ ਤਰ੍ਹਾਂ ਦੀ ਰਾਈਟਿੰਗ ਹੋਏਗੀ, ਰਾਈਟ? ਉਸੇ ਤਰ੍ਹਾਂ ਹੀ ਲਿਖਣਾ ਪਏਗਾ। तो कहते हैं जो दिखता है वही बिकता है। बट राइटिंग एंड इंटरस्ट ਦੇ ਵਿੱਚ ਕੀ ਆ ਗਿਆ ਕਿ ਰਾਈਟਰ ਨੂੰ ਪਹਿਲਾਂ ਹੀ ਟ੍ਰੇਸ ਕਰਨਾ ਪਏਗਾ ਕਿ ਉਹਦਾ ਰੀਡਰ ਕੌਣ ਹੈ। ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਬੁੱਕਸ ਜਿਹੜੀਆਂ ਨੇ ਉਹ ਚਿਲਡਰਨ ਪੜ੍ਹਨ ਜਾਂ ਚਿਲਡਰਨ ਦੇ ਪੜ੍ਹਨ ਵਾਲੀਆਂ ਬੁੱਕਸ ਆਪਾਂ ਲਿਖਣੀਆਂ ਨੇ, ਤੇ ਆਪਾਂ ਨੂੰ ਕੀ ਕਰਨਾ ਪਏਗਾ? We need to meet the children। We need to know what kind of stories do they like, ਉਹਨਾਂ ਦੀ ਲਾਈਫ ਦੇ ਵਿੱਚ ਕੀ ਚੱਲ ਰਿਹਾ ਹੈ, ਉਹ ਕਿੱਦਾਂ ਦਾ ਪੜ੍ਹਨਾ ਪਸੰਦ ਕਰਦੇ ਹੈ। Only then we can start writing for the children। Simple। Next ਕੀ ਕਹਿੰਦਾ? By carefully reading magazines which are written for particular kinds of readers,
For example, women's magazines, magazines for teenagers, magazines for well-educated men. You can find out the things that interest particular types of readers. This is what I've just said. Most people are interested in the present. Even when they read about the past or the future, it is the latter's connections with or relevance to the present that particularly interests them. You should therefore choose subjects of topical interest, the latest fashions in some particular field, problems which worry people nowadays, and so on. You should write about Christmas when people are making preparations for this festival, and about summer holidays when the summer is approaching. Again, the writer has repeated himself. He says कि ਜਦੋਂ ਆਪਾਂ ਲਿਖਣ ਜਾ ਰਹੇ ਹਾਂ ਉਦੋਂ ਲੋਕਾਂ ਦਾ ਇੰਟਰਸਟ ਆਪਾਂ ਇਹ ਦੇਖਣਾ ਹੈ ਕਿ ਲੋਕ ਹਮੇਸ਼ਾ ਨਾ ਗੱਲ ਪ੍ਰੈਜ਼ੈਂਟ ਦੀ ਕਰਨਾ ਚਾਹੁੰਦੇ ਆ, ਠੀਕ ਹੈ, ਬਟ ਉਹਦੇ ਵਿੱਚ ਹਮੇਸ਼ਾ ਮੈਂਸ਼ਨ ਜੋ ਹੋਏਗਾ ਉਹ ਪਾਸਟ ਵੀ ਹੋਏਗਾ ਤੇ ਫਿਊਚਰ ਵੀ ਹੋਏਗਾ। ਹੁਣ ਜਿਵੇਂ ਤੁਸੀਂ ਦੇਖਿਆ ਹੋਏਗਾ ਜਿੰਨੇ ਵੀ ਨਿਊਜ਼ ਚੈਨਲਸ ਹੁੰਦੇ, ਜਦੋਂ ਕਰੋਨਾ ਆਇਆ ਸਾਰੇ ਕਿਤੇ ਕਰੋਨਾ ਹੋ ਗਿਆ, ਜਦੋਂ ਕਰੋਨਾ ਦੀਆਂ ਗੱਲਾਂ ਚੱਲਣ ਲੱਗ ਗਈਆਂ, ਨਿਊਜ਼ਪੇਪਰ ਵਾਜ਼ ਫਲੱਡਡ ਵਿਦ ਦੈਟ, ਈਵਨ ਵਟਸਐਪ ਮੈਸੇजेस ਵਰ ਫਲੱਡਡ। ਮਤਲਬ ਇੱਕ ਬਹੁਤ ਵੱਡਾ ਸਾਰਾ ਬਹੁਤ ਸੁਨਾਮੀ ਹੀ ਆ ਗਈ ਸੀ ਇਹਦੇ ਨਾਲ ਰਿਲੇਟਡ ਨਿਊਜ਼ ਦੀ, ਇਹਦੇ ਨਾਲ ਰਿਲੇਟਡ ਰਾਈਟਿੰਗਸ ਦੀ। ਲੋਕਾਂ ਨੇ ਹੋ ਸਕਦਾ ਹੁਣ ਜਿਹੜੇ ਨੋਵਲਸ ਵੀ ਆਉਣਗੇ ਉਹਦੇ ਵਿੱਚ ਵੀ ਇਸ ਡਿਜ਼ੀਜ਼ ਦਾ ਮੈਂਸ਼ਨ ਹੋਏਗਾ। ਹੁਣ ਉਹ ਪ੍ਰੈਜ਼ੈਂਟ ਦੇ ਵਿੱਚ ਵੀ ਹੈ, ਪਾਸਟ ਦੇ ਵਿੱਚ ਤਾਂ ਹੋ ਹੀ ਚੁੱਕਿਆ, ਔਰ ਉਹਦਾ ਹੁਣ ਜਦੋਂ ਆਪਾਂ ਗੱਲਾਂ ਕਰਾਂਗੇ ਉਹਦੀਆਂ ਫਿਊਚਰ ਦੇ ਨਾਲ ਰਿਲੇਟਡ ਵੀ ਹੋਣਗੀਆਂ। ਹੁਣ ਇੱਥੇ ਜੇ ਆਪਾਂ ਸੋਚੀਏ ਕਿ ਇਸ ਤਰ੍ਹਾਂ ਦਾ ਕੁਛ ਟੈਕਸਟ ਆਏਗਾ, ਇਹਦਾ ਮਤਲਬ ਕੀ ਹੋਇਆ ਕਿ ਜੋ ਰੀਡਰ ਹੈ ਨਾ, ਰੀਡਰ ਜੋ ਇਸ ਟਾਈਮ ਚੱਲ ਰਿਹਾ ਉਹਦੇ ਬਾਰੇ ਪੜ੍ਹਨਾ ਪਸੰਦ ਕਰਦਾ ਹੈ, ਰਾਈਟ। ਤੇ ਰਾਈਟਰ ਨੂੰ ਹਮੇਸ਼ਾ ਇਹ ਚੀਜ਼ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਜੋ ਚੱਲ ਰਿਹਾ ਉਹਦੇ ਬਾਰੇ ਗੱਲ ਕਰੇ। As much as possible, choose subjects of which you have personal experience. You'll be able to write on these much more convincingly and with greater authority than on subjects about which you have only second-hand information.